ਸਾਰਿਆਂ ਤੋਂ ਵੱਧ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਰਿਹਾ ਤਾਂ ਕੋਈ ਮਿੱਠੂ ਸਿੰਘ ਤੇ ਗੁਰਜੰਟ ਸਿੰਘ ਰਹੇ ਆ। ਜਾਂ ਤਾਂ ਫਿਰ ਸਾਡੇ ਤੇ 5-7 ਕੇਸ ਪਾ ਦੇਣਾ ਜੀ, ਤੇ ਜਾਂ ਫਿਰ ਝੂਠੇ ਇਹਨਾਂ ਤੇ ਕਿਉਂ ਬਣਾਏ ਜਾ ਰਹੇ ਆ। ਪਿੰਡ ਦੇ ਲੋਕ ਜਿਹੜੇ ਤਰਵੈਣੀ ਦਾਸ ਨੂੰ ਬਹੁਤ ਮਹਾਨ ਇੱਕ ਸੰਤ ਗਿਣਦੇ ਸੀਗੇ ਤੇ ਉਹਨਾਂ ਲੋਕਾਂ ਨੇ ਇਤਰਾਜ਼ ਕੀਤਾ ਸੰਤ ਤੇ। ਕਹਿੰਦਾ ਇਹ ਤਾਂ ਇੱਕ ਦੀ ਗੱਲ ਛੱਡ, ਇਹਨਾਂ ਦੀ ਹਜ਼ੂਰੀ 'ਚ ਸੈਂਕੜੇ ਸ਼ਾਦੀਆਂ ਵੀ ਇੱਕ ਦਿਨ 'ਚ ਹੋਇਆ ਕਰਨਗੀਆਂ। ਥੋਤੋਂ 70 ਸਾਲ 'ਚ ਜਿਹੜਾ ਕੰਮ ਨਹੀਂ ਹੋਇਆਗਾ, ਅਸੀਂ ਉਹ ਕੰਮ 7 ਦਿਨਾਂ 'ਚ ਹੀ ਕਰਕੇ ਫਤਿਹ ਕਰ ਦਿਆਂਗੇ। ਤੁਸੀਂ ਜਿਹੜੇ ਕਹਿੰਦੇ ਫੜੇ ਨਹੀਂ ਜਾਂਦੇ, ਔਰ ਜੋ ਸ਼ਹਿਨਸ਼ਾਹੀ ਟੀਮ ਆ ਉਹਨੂੰ 7 ਦਿਨਾਂ ਟਾਈਮ ਦੇ ਦਿਓ, ਖੁੱਡਾਂ 'ਚੋਂ ਕੱਢ ਲਿਆਉਣਗੇ। ਤਾਂ ਉੱਥੇ ਇੱਕ ਬਹੁਤ ਵੱਡਾ ਫੰਕਸ਼ਨ ਕਰਾਇਆ ਗਿਆ। ਜਦੋਂ ਇਹ ਘਰੇ ਲਿਆਂਦੇ ਗਏ, ਨਾਮ ਰੱਖਿਆ ਗਿਆ, ਨਾਮ ਤੋਂ ਬਾਅਦ ਫੰਕਸ਼ਨ ਕੀਤਾ ਗਿਆ। ਉਹਦੇ ਵਿੱਚ ਸਾਰਾ ਪਿੰਡ ਸੀਗਾ। ਕੁਛ ਇਹਨਾਂ ਦੇ ਬੈਕ ਸਾਈਡ ਤੋਂ ਜਿਹੜੇ ਰਾਮੇ ਤੋਂ ਸੀਗੇ, ਸ਼ਾਇਦ ਤੁਹਾਡੇ 'ਚ ਕੋਈ ਜਾਂਦਾ ਹੋਵੇ, ਆਤਮਾਰਾਮ ਵਾਗੀ ਹੁੰਦਾ ਸੀ ਸਟੇਜ ਸੈਕਟਰੀ ਪਰਮਪਿਤਾ ਦਾ। ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ। ਉਹਦੇ ਬਾਪ ਦਾ ਨਾਂ ਭਾਨਾਰਾਮ ਹੁੰਦਾ ਸੀਗਾ, ਭਾਨਾਰਾਮ ਪੰਡਤ ਜੀ। ਤੇ ਜਦੋਂ ਇਹ ਦਾਦਾ ਜੀ ਉੱਥੇ ਰਾਮੇ ਰਹਿੰਦੇ ਹੁੰਦੇ ਸੀਗੇ ਤਾਂ ਉਹ ਪੰਡਤ ਦੀ ਆਉਣੀ ਜਾਣੀ ਦਾਦਾ ਜੀ ਨਾਲ ਸੀਗੀ। ਤਾਂ ਦਾਦਾ ਜੀ ਨੇ ਉਹ ਪੰਡਤ ਨੂੰ ਵੀ ਕਿਹਾ, ਭਾਈ ਸਾਡੇ ਘਰੇ ਏਡਾ ਵੱਡਾ ਫੰਕਸ਼ਨ ਰੱਖਿਆ ਪੋਤੇ ਦੀ ਖੁਸ਼ੀ 'ਚ, ਤੇ ਤੁਸੀਂ ਵੀ ਆਓ। ਉਹ ਭਾਨਾਰਾਮ ਪੰਡਤ ਵੀ ਆ ਗਿਆ। ਭਾਨਾਰਾਮ ਜਿਹੜਾ ਪੰਡਤ ਸੀ ਉਹ ਸ਼ਾਸਤਰਾਂ ਦਾ ਬਹੁਤ ਮਾਹਰ ਸੀਗਾ। ਉੱਥੇ ਕੀ ਹੋਇਆ ਕਿ ਜਦੋਂ ਤਰਵੈਣੀ ਦਾਸ ਸੰਤ ਨੂੰ ਵੀ ਸੱਦਿਆ ਗਿਆ, ਜੀ ਆ ਜਾਓ ਜੀ ਤੁਸੀਂ ਭੋਗ ਲਾਓ, ਤਾਂ ਮਹਾਰਾਜ ਜੀ ਪਾਲਣੇ 'ਚ ਪਏ ਹੈ ਨਾ ਪੀਂਘੇ 'ਚ, ਉਦੋਂ 1.5 ਮਹੀਨੇ ਦੇ। ਉਹਨੇ ਆ ਕੇ ਇਹਨਾਂ ਦੇ ਚਿਹਰੇ ਤੋਂ ਕੱਪੜਾ ਚੱਕਿਆ, ਪੂਰਾ ਗੌਰ ਨਾਲ ਇਹਨਾਂ ਦਾ ਦਰਸ਼ਨ ਮੇਲਾ ਕੀਤਾ। ਉਦੋਂ ਬਾਅਦ 'ਚ ਇਹਨਾਂ ਦੇ ਚਰਨਾਂ 'ਚ ਬਹਿ ਕੇ ਤੇ ਉਹਨੇ ਪਾਲਣੇ ਦੇ ਇਹਨਾਂ ਦੇ ਚਰਨਾਂ 'ਤੇ ਸਿਰ ਰੱਖਤਾ ਉਹ ਤਰਵੈਣੀ ਦਾਸ ਨੇ। ਪਿੰਡ ਦੇ ਲੋਕ ਜਿਹੜੇ ਤਰਵੈਣੀ ਦਾਸ ਨੂੰ ਬਹੁਤ ਮਹਾਨ ਇੱਕ ਸੰਤ ਗਿਣਦੇ ਸੀਗੇ ਤੇ ਉਹਨਾਂ ਲੋਕਾਂ ਨੇ ਇਤਰਾਜ਼ ਕੀਤਾ ਸੰਤ ਤੇ, ਵੀ ਇਹ ਤਾਂ ਇੱਕ ਲੰਬਰਦਾਰਾਂ ਦਾ ਪੋਤਾ ਹੈ ਯਾਰ, ਛੋਟਾ ਜਿਹਾ 1.5 ਮਹੀਨੇ ਦਾ ਹੈ, ਤੇ ਅਸੀਂ ਤੁਹਾਨੂੰ ਇੰਨੀ ਮਹਾਨ ਆਤਮਾ ਇੱਕ ਸੰਤ ਗਿਣਦੇ ਹਾਂ ਇਲਾਕੇ ਦਾ, ਤੇ ਤੁਸੀਂ ਨੰਬਰਦਾਰਾਂ ਦੇ ਲੜਕੇ ਤੇ ਤਾਂ ਯਾਰ ਤੁਸੀਂ ਹੱਦ ਹੀ ਕਰਤੀ, ਵੀ ਤੁਸੀਂ ਇੱਥੇ ਆ ਕੇ ਇਹਨਾਂ ਦੇ ਚਰਨਾਂ ਤੇ ਸਿਰ ਹੀ ਰੱਖਤਾ ਜੀ। ਉਹ ਕਹਿਣ ਲੱਗੇ, ਭਾਈ ਇਹ ਆਪਣੀ ਆਪਣੀ ਨਿਗਾਹ ਦਾ ਫਰਕ ਹੈ। ਤੁਹਾਡੀ ਨਿਗਾਹ 'ਚ ਇੱਕ ਨੰਬਰਦਾਰ ਦਾ ਪੋਤਾ ਹੈ, ਮੇਰੀ ਨਿਗਾਹ 'ਚ ਉਹ ਕੁੱਲ ਮਾਲਕ ਦੁਨੀਆ ਤੇ ਆ ਕੇ ਹੈ, ਦੁਨੀਆ ਨੂੰ ਤਾਰਨ ਹਾਰਿਆ ਹੈ, ਮੈਂ ਉਹਨਾਂ ਨੂੰ ਸਜਦਾ ਕੀਤਾ, ਇਹ ਉਹ ਹੈ ਜੀ। ਕਿਉਂਕਿ ਸੰਤਾਂ ਨੂੰ ਤਾਂ ਸਭ ਕੁਝ ਪਤਾ ਹੀ ਹੁੰਦਾ। ਹਾਂ, ਜਦੋਂ ਉਹਨੇ ਇਹ ਗੱਲ ਕਹੀ ਤਾਂ ਬਹੁਤ ਸਾਰੇ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਇਸ ਦਾ ਜੀ। ਉਹ ਕਹਿਣ ਲੱਗੇ, ਭਾਈ ਇਹ ਤਾਂ ਟਾਈਮ ਦੱਸੂਗਾ। ਉਸ ਤੋਂ ਬਾਅਦ ਦਾਦਾ ਜੀ ਨੂੰ ਸੱਦ ਲਿਆ ਗਿਆ, ਮਾਤਾ ਜੀ ਨੂੰ ਸੱਦ ਲਿਆ ਗਿਆ, ਬਾਪੂ ਜੀ ਨੂੰ ਸੱਦ ਲਿਆ ਗਿਆ ਉੱਥੇ ਹੀ। ਤਾਂ ਦਾਦਾ ਜੀ ਨੂੰ ਕਹਿਣ ਲੱਗੇ, ਬਾਪੂ ਜੀ ਨੂੰ ਕਹਿਣ ਲੱਗੇ, ਮਾਤਾ ਜੀ ਨੂੰ, ਵੀ ਇੱਕ ਤਾਂ ਇਹਨਾਂ ਦੇ 6-6 ਮਹੀਨੇ ਤੋਂ ਫੋਟੋ ਕਰਾਉਂਦੇ ਰਹਿਣਾ ਹੈ, ਇੱਕ 6 ਮਹੀਨੇ ਬਾਅਦ ਹਾਂ ਇਹਨਾਂ ਦੀ ਫੋਟੋ ਖਿਚਾਉਂਦੇ ਰਹਿਣਾ ਹੈ, ਔਰ ਇਹਨਾਂ ਦੀ ਕੋਈ ਵੀ ਗੱਲ ਤੁਸੀਂ ਅੱਗੋਂ ਕਿੰਤੂ ਪਰੰਤੂ ਨਹੀਂ ਕਰਨੀ, ਜੋ ਕਹਿਣ ਸੱਤ ਕਰਕੇ ਮੰਨਣਾ ਹੈ ਜੀ। ਨੰਬਰਦਾਰ ਭੁਲੇਖੇ 'ਚ ਨਾ ਰਹੇ ਜੀ। ਇਹ 23 ਸਾਲ ਤੱਕ ਤੁਹਾਡੇ ਘਰੇ ਰਹਿਣਗੇ, 23 ਸਾਲ ਤੋਂ ਬਾਅਦ ਤੁਹਾਡੇ ਘਰੇ ਨਹੀਂ ਰਹਿਣਗੇ। ਤੇ ਜਿਹੜੇ ਮਹਾਰਾਜ ਦੇ ਦਾਦਾ ਜੀ ਸੀਗੇ ਇੱਕੇ ਦਮ ਉਹ ਤਰਵੈਣੀ ਦਾਸ ਨੂੰ ਕਹਿਣ ਲੱਗੇ, ਜੀ ਅਸੀਂ ਤਾਂ ਸੁੱਖਾਂ ਸੁੱਖ ਦੇਣ ਤਾਂ ਪੋਤਾ ਲਿਆ, ਤੇ ਕੀ 23 ਸਾਲ ਵਾਸਤੇ ਹੀ? ਉਹ ਕਹਿਣ ਲੱਗੇ, ਨਹੀਂ ਨੰਬਰਦਾਰਾ ਘਬਰਾ ਨਾ, 23 ਸਾਲ ਬਾਅਦ ਕਿਸੇ ਡਿਊਟੀ ਦੇ ਵਾਸਤੇ ਆਏ, ਉਹ ਡਿਊਟੀ ਤੇ ਚਲੇ ਜਾਣਗੇ। ਉਹ ਕਹਿੰਦਾ ਜੀ ਫਿਰ ਇਹੋ ਜਿਹੀ ਕਿਹੜੀ ਡਿਊਟੀ ਇਹਨਾਂ ਦੀ? ਉਹ ਕਹਿਣ ਲੱਗੇ, ਦੁਨੀਆ ਤਾਰਨ ਵਾਸਤੇ ਆਏ ਹੈ, ਕੁੱਲ ਮਾਲਕ ਨੇ ਤੁਹਾਡੇ ਘਰੇ ਜਨਮ ਲਿਆ ਹੈ, ਇਹਨਾਂ ਦੀ ਜੋ ਇਹ ਕਹਿਣੋ ਸੱਤ ਕਰਕੇ ਮੰਨਣਾ, ਇਹਨਾਂ ਦੀ ਅੱਗੋਂ ਗੱਲ ਨਹੀਂ ਟਾਲਣੀ। 23 ਸਾਲ ਤੱਕ ਤੁਹਾਡੇ ਘਰੇ ਰਹਿਣਗੇ, 23 ਸਾਲ ਤੋਂ ਬਾਅਦ ਤੁਹਾਡੇ ਘਰੇ ਨਹੀਂ ਰਹਿਣਗੇ, ਇਹ ਆਪਦੇ ਉਸ ਸਥਾਨ ਤੇ ਜਾਂਦੇ ਰਹਿਣਗੇ ਜਿਹਦੇ ਵਾਸਤੇ ਇਹ ਆਏ ਹੈ। ਤੁਹਾਡਾ ਤਾਂ ਚੰਗੇ ਕਰਮ ਹੈ, ਤੁਸੀਂ ਇਹਨਾਂ ਦੀ ਸੇਵਾ ਕਰੋ। ਉਹ ਗੱਲ ਚੱਲਦਾ ਚੱਲਦਾ, ਕਿਉਂਕਿ ਉੱਥੋਂ ਇੱਕ ਇਹ ਬਹੁਤ ਵੱਡਾ ਸਾਰਾ ਸੀਸਾ ਹੋ ਗਿਆ ਸੀਗਾ ਵੀ ਇਹ ਕੋਈ ਮਹਾਨ ਆਤਮਾ ਹੈ। ਚਲੋ ਚੱਲਦਿਆਂ ਚੱਲਦਿਆਂ ਤੇ ਕੀ ਹੋਇਆ ਕਿ ਉੱਥੇ ਹੀ ਉਸੇ ਦਿਨ ਕਿਸੇ ਗਰੀਬ ਘਰ ਦੀ ਲੜਕੀ ਦੀ ਸ਼ਾਦੀ ਰੱਖੀ ਗਈ ਸੀਗੀ। ਉਹ ਸ਼ਾਦੀ ਇੰਨੀ ਧੂਮਧਾਮ ਨਾਲ ਤਾਂ ਨਹੀਂ ਸੀਗੀ, ਲੇਕਿਨ ਨੋਰਮਲ ਤੌਰ ਤੇ ਉਹ ਸ਼ਾਦੀ ਕੀਤੀ ਗਈ ਸੀਗੀ ਕਿਸੇ ਗਰੀਬ ਘਰ ਦੀ। ਉੱਥੇ ਭਾਨਾਰਾਮ ਪੰਡਤ ਨੇ ਕਹਿਤਾ ਸੰਤ ਤਰਵੈਣੀ ਦਾਸ ਨੂੰ, ਕਹਿੰਦਾ ਯਾਰ ਨੰਬਰਦਾਰਾਂ ਦੇ ਘਰੇ ਐਡਾ ਵੱਡਾ ਫੰਕਸ਼ਨ ਸੀ ਤੇ ਵਿੱਚ ਆ ਗਰੀਬ ਘਰ ਦੀ ਇੱਕ ਕੁੜੀ ਦੀ ਸ਼ਾਦੀ ਜੀ ਹੋ ਰਹੀ, ਇਹਨਾਂ ਨੇ ਯਾਰ ਵਿੱਚ ਹੋਰ ਕਰਤਾ ਕੰਮ ਜਾ। ਸੰਤ ਤਰਵੈਣੀ ਦਾਸ ਬੋਲਦਾ ਹੈ, ਕਹਿੰਦਾ ਇਹ ਤਾਂ ਇੱਕ ਦੀ ਗੱਲ ਛੱਡ, ਇਹਨਾਂ ਦੀ ਹਜ਼ੂਰੀ 'ਚ ਸੈਂਕੜੇ ਸ਼ਾਦੀਆਂ ਵੀ ਇੱਕ ਦਿਨ 'ਚ ਹੋਇਆ ਕਰਨਗੀਆਂ। ਮੈਂ ਤੇ ਬਾਪੂ ਜੀ ਦਰਸ਼ਨ ਕਰਨ ਗਏ ਆ, ਇਹ ਮੈਂ ਜਾਣ ਕੇ ਉੱਥੇ ਟੌਪਿਕ ਲੈ ਰਿਹਾ, ਮੈਂ ਅੱਗੇ ਚੱਲ ਗਿਆ ਨਾ। ਤਾਂ ਆਦੀਵਾਸੀ ਜਦੋਂ ਸੱਦੇ ਗਏ ਜਨਵਰੀ ਮਹੀਨੇ ਤੇ, ਮੈਂ ਤੇ ਬਾਪੂ ਜੀ ਬੈਠੇ ਆ ਹਜ਼ੂਰ ਪਿਤਾ ਜੀ ਸਟੇਜ ਤੇ ਬੈਠੇ ਆ, ਤੇ ਜਦੋਂ ਆਦੀਵਾਸੀ ਸਦਕੇ ਤੇ ਲੈਣਾ ਲਵਾਈਆਂ ਗਈਆਂ, ਉਹ 100 ਤੋਂ ਸ਼ਾਇਦ ਉੱਪਰ ਸੀ ਉਹ ਸ਼ਾਦੀਆਂ।
ਉਹ ਜਦੋਂ ਉਹ ਹਾਰ ਪਾਏ ਤਾਂ ਬਾਪੂ ਜੀ ਕਹਿਣ ਲੱਗਿਆ ਜੋ ਬਚਨ ਵੀ ਸੱਚਾ ਹੋ ਗਿਆ। ਮੈਂ ਕਿਹਾ ਜੀ ਕੀ ਬਚਨ ਸੀਗਾ? ਕਹਿੰਦੇ ਉੱਥੇ ਇੱਕ ਸ਼ਾਦੀ ਹੋਈ ਸੀਗੀ, ਉਹ ਭਾਨਾ ਰਾਮ ਨੇ ਪੁੱਛਿਆ ਸੀਗਾ ਤੇ ਤਰਵੈਣੀ ਦਾਸ ਨੇ ਕਿਹਾ ਸੀ ਜਿੱਥੇ ਇਹ ਹੋਇਆ ਕਰਨੇ ਸੈਂਕੜੇ ਹੋਇਆ ਕਰਨੇ ਇੱਕ ਦਿਨ 'ਚ ਹੀ, ਅੱਜ ਉਹ ਬਚਨ ਵੀ ਪੂਰਾ ਹੋ ਗਿਆ। ਉਹ ਵੀ ਪੂਰਾ ਹੋ ਗਿਆ। ਬਾਪੂ ਜੀ ਨੇ ਕਿਹਾ ਸਤਸੰਗ ਦੇ ਵਿੱਚ ਬੈਠੇ ਔਰ ਮੈਨੂੰ ਸੁਣਾਇਆ ਇਹ ਬਚਨ। ਉਸ ਤੋਂ ਬਾਅਦ 'ਚ ਚਲੋ ਇਹ ਸਭ ਕੁਝ ਚੱਲਦਾ ਰਿਹਾ ਤਾਂ ਹਜ਼ੂਰ ਮਹਾਰਾਜ ਜੀ ਵੱਡੇ ਹੁੰਦੇ ਗਏ ਤਾਂ ਜਿਵੇਂ ਬਾਪੂ ਜੀ ਨੇ ਡਿਊਟੀ ਲੱਗੀ ਸੀ, ਬਾਪੂ ਜੀ ਹੋਰ ਲਾਡ ਪਿਆਰ ਬਾਤ ਜ਼ਿਆਦਾ ਕਰਨ ਲੱਗ ਗਏ ਤਾਂ ਇਹ ਕਾਫੀ ਸਾਲਾਂ ਦੇ ਹੋ ਗਏ ਸੀਗੇ ਤਾਂ ਬਾਪੂ ਜੀ ਕੰਧੇ 'ਤੇ ਚੱਕ ਲੈਂਦੇ ਸੀਗੇ। ਕਿਉਂ? ਸ਼ੌਂਕ ਸੀ, ਚਾਹ ਸੀ ਜੀ। ਚੱਲਦਾ 17ਵੇਂ ਸਾਲ 'ਚ ਇਹਨਾਂ ਦੀ ਸ਼ਾਦੀ ਦਾ ਹੋ ਗਿਆ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਹਨ ਸਾਰਿਆਂ ਤੋਂ ਵੱਧ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਰਿਹਾ ਤਾਂ ਕੋਈ ਮਿੱਠੂ ਸਿੰਘ ਤੇ ਗੁਰਜੰਟ ਸਿੰਘ ਰਹੇ। ਅਗਰ ਕੋਈ ਇਹਨਾਂ ਦੀ ਭਰਪੂਰ ਜ਼ਿੰਦਗੀ ਦੇ ਵਿੱਚ ਕੋਈ ਇਹਨਾਂ ਦੀ ਜ਼ਿੰਦਗੀ 'ਚ ਕੋਈ ਆਇਆ ਨਾ ਤਾਂ ਮਿੱਠੂ ਤੇ ਗੁਰਜੰਟ ਆਏ ਹੈ। ਹੁਣ ਤੁਸੀਂ ਇੱਥੋਂ ਮੇਰੀ ਜਾਂ ਮਿੱਠੂ ਸਿੰਘ ਦੀ ਰਿਪੋਰਟ ਕਢਾ ਲਓ, ਸਾਡੇ ਤੇ ਕਿਸੇ ਪਟਵਾਰੀ ਦੀ ਐਪਲੀਕੇਸ਼ਨ ਵੀ ਨਹੀਂ ਹੋਣੀ ਗੀ ਮਿੱਠੂ ਸਿੰਘ ਤੇ ਨਾ ਗੁਰਜੰਟ ਤੇ। ਜ਼ਿੰਦਗੀ 'ਚ ਅਸੀਂ ਕੋਈ ਨਸ਼ਾ ਟੱਚ ਨਹੀਂ ਕੀਤਾ ਗਾ, ਸਿਨੇਮਾ ਸਰਕਸ ਨਹੀਂ ਦੇਖਿਆ ਗਾ, ਔਰ ਅੱਜ ਸ਼ਰਾਰਤੀ ਲੋਕਾਂ ਨੇ ਇਹਨਾਂ ਤੇ ਕੋਈ ਕਸਰ ਨਹੀਂ ਛੱਡੀ ਜਿਹੜਾ ਕੋਈ ਕੇਸ ਬਾਕੀ ਰਹਿ ਗਿਆ ਹੋਵੇ। ਜੁਆਰੀਆਂ ਨਾਲ ਜੁਆਰੀਆ ਰਹਿੰਦਾ ਹੈ ਜੀ, ਚੋਰ ਨਾਲ ਚੋਰ ਰਹਿੰਦਾ ਹੈ, ਸੱਟੇਬਾਜ਼ ਨਾਲ ਸੱਟੇਬਾਜ਼ ਰਹਿੰਦਾ ਹੈ ਜੀ। ਬਿਲਕੁਲ। ਕੀ ਜਦੋਂ ਅਸੀਂ ਇਹਨਾਂ ਦੀ ਜ਼ਿੰਦਗੀ 'ਚ ਸਭ ਤੋਂ ਵੱਧ ਅਸੀਂ ਇਹਨਾਂ ਦੀ ਜ਼ਿੰਦਗੀ 'ਚ ਰਹੇ ਹਾਂ, ਜਾਂ ਤਾਂ ਫਿਰ ਸਾਡੇ ਤੇ 5-7 ਕੇਸ ਪਾ ਦੇਣਾ ਜੀ, ਤੇ ਜਾਂ ਫਿਰ ਝੂਠੇ ਇਹਨਾਂ ਤੇ ਕਿਉਂ ਬਣਾਏ ਜਾ ਰਹੇ ਹੈ ਜੀ। ਨਹੀਂ, ਸੰਤ ਬਹੁਤ ਉੱਚੇ ਸੁੱਚੇ ਤੇ ਪਵਿੱਤਰ ਹਨ। ਦੁਰਭਾਗਿਆ ਸਾਡੇ ਹਿੰਦੁਸਤਾਨ ਦਾ ਜਿਹੜਾ ਕਿ ਉਹਨਾਂ ਨੂੰ ਪਰਖ ਨਹੀਂ ਸਕਦਾ ਗਾ। ਜੀ, ਅਫਸੋਸ ਹੈ ਸਾਨੂੰ ਇਸ ਗੱਲ ਦਾ ਵੀ ਉਹਨਾਂ ਦੀ ਮਹਾਨਤਾ ਨੂੰ ਪਰਖ ਨਹੀਂ ਸਕਦੇ ਕਿ ਅੱਜ ਕਰੋੜਾਂ ਅਰਬਾਂ ਰੂਹਾਂ ਤਰਗੀਆਂ ਹੁੰਦੀਆਂ। ਔਰ ਮੈਂ ਇੱਕ ਹੋਰ ਗੱਲ ਕਰਦਾ ਤੁਹਾਡੇ ਚੈਨਲ ਦੇ ਰਾਹੀਂ, ਅੱਜ ਪੰਜਾਬ ਕਹਿੰਦਾ ਵੀ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਜੀ ਬਿਲਕੁਲ, ਪੰਜਾਬ 'ਚ ਬਹੁਤ ਬੁਰਾ ਹਾਲ ਹੈ ਨਸ਼ੇ ਦਾ। ਔਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਕਿੰਨੀਆਂ ਸਰਕਾਰਾਂ ਆ ਗਈਆਂ, ਕਿਸੇ ਤੋਂ ਕੰਟਰੋਲ ਨਹੀਂ ਹੋਇਆਗਾ। ਜੀ ਬਿਲਕੁਲ। ਔਰ ਮੈਂ ਦਾਅਵੇ ਨਾਲ ਕਹਿਣਾ ਹੈ ਉਹ ਸਾਡੇ ਸ਼ਹਿਨਸ਼ਾਹੀ ਨੂੰ 7 ਦਿਨ ਹੀ ਦੇ ਦਿਓ। ਥੋਥੋਂ 70 ਸਾਲ 'ਚ ਜਿਹੜਾ ਕੰਮ ਨਹੀਂ ਹੋਇਆਗਾ, ਸਾਨੂੰ ਸਾਡੇ ਸ਼ਹਿਨਸ਼ਾਹੀ 'ਤੇ ਵਿਸ਼ਵਾਸ ਹੈ, ਹਜ਼ੂਰ ਮਹਾਰਾਜ 'ਤੇ। ਅਸੀਂ ਉਹ ਕੰਮ 7 ਦਿਨਾਂ 'ਚ ਹੀ ਕਰਕੇ ਫਤਿਹ ਕਰ ਦਿਆਂਗੇ, 90% ਨਸ਼ਾ ਛਡਾ ਦਿਆਂਗੇ। ਔਰ ਤੁਸੀਂ ਜਿਹੜੇ ਕਹਿੰਦੇ ਫੜੇ ਨਹੀਂ ਜਾਂਦੇ, ਔਰ ਜੋ ਸ਼ਹਿਨਸ਼ਾਹੀ ਟੀਮ ਆ ਉਹਨੂੰ 7 ਦਿਨਾਂ ਟਾਈਮ ਦੇ ਦਿਓ, ਖੁੱਡਾਂ 'ਚੋਂ ਕੱਢ ਲਿਆਉਣਗੇ। ਜੀ ਬਿਲਕੁਲ। ਔਰ ਐਸੇ ਸੰਤ ਨੂੰ ਯਾਰ ਤੁਸੀਂ ਤਾੜੀ ਬੈਠੇ ਹੋ। ਥੋਥੋਂ ਸਾਰਾ ਜ਼ੋਰ ਲੱਗ ਕੇ ਤੁਸੀਂ ਆਪਦੀ ਜ਼ਿੰਦਗੀ ਦਾ ਘਾਣ ਕਰਨ ਨੂੰ, ਆਪਦੇ ਬੱਚਿਆਂ ਦਾ ਖਾਤਮਾ ਕਰਨ ਲਈ ਤਿਆਰ ਹੋ, ਲੇਕਿਨ ਸੰਤਾਂ ਨੂੰ ਲਿਆਉਣ ਲਈ ਤਿਆਰ ਨਹੀਂ। ਅਫਸੋਸ ਨਹੀਂ ਤਾਂ ਇਸ ਗੱਲ ਤੇ ਹੋਰ ਕੀ ਹੋਵੇ, ਦੁੱਖ ਨਹੀਂ ਤਾਂ ਹੋਰ ਕੀ ਹੋਵੇ। ਬਹੁਤ ਵੱਡੀ ਤਰਾਸਦੀ ਰਹੀ ਹੈ ਜੀ ਆਪਣੀ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿ ਸੰਤਾਂ ਮਹਾਤਮਾ ਦੇ ਨਾਲ ਇਸ ਤਰ੍ਹਾਂ ਹੀ ਧੋਖੇ ਹੁੰਦੇ ਆਏ ਨੇ, ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੁੰਦੇ ਆਏ ਨੇ, ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਨੇ। ਇਹੋ ਜਿਹੀਆਂ ਸਰਕਾਰਾਂ ਅੱਖਾਂ ਮੀਚੀ ਬੈਠੀਆਂ ਹਨ ਜਿਹੜੇ ਕਿ ਹਾਲਾਂਕਿ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਐਡੇ ਵੱਡੇ ਇੱਕ ਸੰਤ ਆਏ ਹੋਏ ਹਨ, ਸਾਨੂੰ ਉਹਨਾਂ ਨੂੰ ਲਾਹਾ ਲੈਣਾ ਚਾਹੀਦਾ। ਦੁਰਭਾਗਾ ਹੈ ਸਾਡੀ ਹਿੰਦੁਸਤਾਨ ਦਾ ਜਿਹੜਾ ਕਿ ਲਾਹਾ ਲੈਣ ਦੀ ਬਜਾਏ ਉਹਨਾਂ ਨਾਲ ਈਰਖਾ ਕਰ ਰਹੇ ਆ। ਪਹਿਲੀ ਤਾਂ ਗੱਲ ਹੈ, ਮਾਲਕ ਨੇ, ਅਸੀਂ ਤਾਂ ਸੇਵਾ ਦੇ ਯੋਗ ਨਹੀਂ ਸੀਗੇ, ਪਰ ਮਾਲਕ ਨੇ ਉਹ ਸੇਵਾ ਲੈ ਲਈ ਜਿਹੜੀ ਸਾਨੂੰ ਸਾਡੀ ਜ਼ਿੰਦਗੀ ਮਾਣ ਰਹੂਗਾ। ਪਹਿਲਾ ਤਾਂ ਮਾਣ ਉਹਨਾਂ ਨੇ ਉਹ ਬਖਸ਼ਿਆ ਕਿ ਆਪਦੇ ਨੇੜੇ ਕੀਤੇ। ਦੂਜਾ ਮਾਣ ਕੇ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ ਕਿ ਸਾਨੂੰ ਪਰਿਵਾਰ ਸੰਭਾਲਣ ਦਾ ਸਮਾਂ ਦਿੱਤਾ ਔਰ ਉਹਨਾਂ ਦੀ ਸੇਵਾ ਦਿੱਤੀ। ਸਾਡੇ ਵਾਸਤੇ ਸਾਡੀ ਜ਼ਿੰਦਗੀ ਬਹੁਤ ਵੱਡੀ ਗੱਲ ਹੈ। ਉਦੋਂ ਬਾਅਦ 'ਚ ਕੀ ਹੋਇਆ ਕਿ ਮਿੱਠੂ ਸਿੰਘ ਦੀ ਡਿਊਟੀ ਸ਼੍ਰੀ ਗੁਰੂ ਸਾਹਿਬ ਮੋਢੀਆ ਬਹੁਤ ਲੰਮਾ ਟਾਈਮ ਜੀ, ਉਹਨੇ ਪਰਿਵਾਰ ਦੀ ਸੇਵਾ ਕੀਤੀ, ਹਸਪੀਟਲ ਦੀ, ਸਕੂਲ ਕਾਲਜਾਂ ਦੀ। ਲੇਕਿਨ ਚਲਦਿਆਂ ਇਹ ਹੁਣ ਇਹੋ ਜਿਹੀ ਇੱਕ ਕਹਾਣੀ ਹੋ ਗਈ ਸੀਗੀ, ਜੋ ਸਾਜੀ ਕਰਤਾ ਥੇ ਉਹ ਆਪਦਾ ਜਾਲ ਜਿਵੇਂ ਉਹ ਵਧਾਉਂਦੇ ਜਾ ਰਹੇ ਸੀ, ਕਰਦੇ ਜਾ ਰਹੇ ਸੀਗੇ। ਚਲੋ ਅਸੀਂ ਇਹੀ ਕਹਿ ਸਕਦੇ ਕੋਈ ਮਾਲਕ ਨੂੰ ਇਹਨਾਂ ਦਾ ਕੋਈ ਇਹ ਮਨਜ਼ੂਰ ਹੀ ਸੀਗਾ ਨਹੀਂ ਕਿ ਸੰਤ ਨੂੰ ਪਹਿਲਾਂ ਜਦੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਿ ਤਰਵੈਣੀ ਦਾਸ ਨੂੰ ਪਤਾ ਲੱਗ ਸਕਦਾ ਹੈ, ਤਰਵੈਣੀ ਦਾਸ ਸਾਰੀ ਭਵਿੱਖਬਾਣੀ ਕਰ ਸਕਦਾ ਹੈ ਜੀ, ਜਿਹੜਾ ਕਿ ਇੱਕ ਮਾਮੂਲੀ ਸੰਤ ਸੀ। ਤੇ ਫਿਰ ਇਹਦਾ ਜਦੋਂ ਉਹਨੇ ਕਹਿਤਾ ਵੀ ਦੁਨੀਆ ਨੂੰ ਤਾਰਨਾ ਹੈ, ਕਿ ਇਹਨਾਂ ਨੂੰ ਪਤਾ ਨਹੀਂ? ਪਤਾ ਹੈ ਜੀ, ਪਰ ਕੋਈ ਸਮੇਂ ਦੀ ਗੱਲ ਹੁੰਦੀ ਹੈ। ਪਤਾ ਸਾਰਾ ਹੈ, ਪਤਾ ਹੁਣ ਮੌਕੇ ਤੇ ਵੀ ਹੈ, ਸਵਾਸ ਦੇ ਨਾਲ ਹੈ, ਲੇਕਿਨ ਸਵਾਸ ਦੇ ਨਾਲ ਪਤਾ ਉਸ ਨੂੰ ਲੱਗੂ ਜਿਹੜਾ ਇਹਨਾਂ ਨੂੰ ਗੁਰੂ ਗਿਣਦਾ ਹੈ। ਜੀ, ਸਤਿਗੁਰੂ ਪੂਰਾ ਕਿਆ ਕਰੇ, ਜੇ ਸਿੱਖਣ ਵਿੱਚ ਚੂਕ, ਅੰਧੇ ਇੱਕ ਨਾ ਲਾਏਗੀ ਬਾਸ ਬਜਾਈ ਫੂਕ। ਜੀ, ਜੇ ਸ਼ੇਸ਼ੀ ਕਹਦੇ ਮੈਂ ਮੂੰਹ ਮੋੜ ਗਿਆ ਤੇਰੇ ਕਿੰਨੀ ਤਾਂ ਗੁਰੂ ਕੀ ਕਰੂਗਾ? ਪੁੱਤ ਹੀ ਕਹਿੰਦਾ ਮੈਂ ਸੁਧਰਨ ਨੂੰ ਤਿਆਰ ਨਹੀਂ ਤਾਂ ਬਾਪ ਕੀ ਕਰੂਗਾ? ਜੀ, ਪੁੱਤ ਵਿਗੜ ਜੇ ਉਹ ਵੱਧ ਤੋਂ ਵੱਧ ਕੀ ਕਰੂਗਾ? ਬੇਦਾਵਾ ਲਿਖ ਕੇ ਦੇ ਦੂਗਾ, ਤੇ ਤਾਂ ਬੇਦਾਵਾ ਵੀ ਨਹੀਂ ਦੇ ਸਕਦੇ। ਇਹ ਨਹੀਂ ਕਹਿ ਸਕਦੇ ਸ਼ਬਦ ਨਹੀਂ ਦਿੱਤਾ ਜੀ, ਪਰ ਪੁੱਤ ਹੀ ਵਿਗੜ ਗਏ ਤਾਂ ਫਿਰ ਉਹਦਾ ਨਹੀਂ ਕੋਈ ਸਮਾਂ ਹੈ, ਕੋਈ ਟਾਈਮ ਹੈ। ਇਹ ਹਮੇਸ਼ਾ ਇਹ ਚੀਜ਼ ਨਹੀਂ ਰਹਿਣੀ।
ਸਮਾਂ ਆਊਗਾ। ਦੇਖੋ ਤੁਸੀਂ ਜਦੋਂ ਇਹਨਾਂ ਨੂੰ ਗੱਦੀ ਦਿੱਤੀ ਹੈ, ਜਿੱਦਣ ਗੱਦੀ ਦਿੰਦੇ ਹੈ, ਜਿੱਦਣ ਗੱਦੀ ਦੀ ਗੱਲ ਚੱਲਦੀ ਹੈ, ਬਹੁਤਿਆਂ ਨੇ ਨਾਮ ਦਿੱਤੇ ਤਾਂ ਪਰਮਪਿਤਾ ਕਹਿਣ ਲੱਗੇ ਨਹੀਂ ਬੇਟਾ ਅਸੀਂ ਕੋਈ 10-20 ਸਾਲ ਵਾਸਤੇ ਥੋੜ੍ਹੀ ਕੰਮ ਕਰਨਾ, ਫਿਰ ਪੰਗਾ ਕਰਾਂਗੇ, ਜੀ ਅਸੀਂ ਯੰਗ ਏਜ ਲਿਆਵਾਂਗੇ ਹੂੰ, ਔਰ 60 ਸਾਲ ਉਸ ਬਾਡੀ 'ਚ ਬਹਿ ਕੇ ਕੰਮ ਕਰਨਾ ਅਸੀਂ, ਜੀ ਔਰ ਕੰਮ ਵੀ ਐਸਾ ਕਰਾਂਗੇ ਕਿ ਦੁਨੀਆਦਾਰੀ ਦੇ ਲੋਕ ਦੰਦਾਂ ਥੱਲੇ ਉਂਗਲਾਂ ਦਬਾਇਆ ਕਰਨਗੇ, ਤੂਫਾਨ ਮੇਲ ਕਰਾਂਗੇ ਕੰਮ। ਫਿਰ ਇੱਕ ਦਿਨ ਕਹਿਣ ਲੱਗੇ ਬੇਟਾ ਸਾਡੀ ਬਾਡੀ ਤਾਂ ਮਸਤਾਨਾ ਹੀ ਕੰਮ ਕਰ ਰਿਹਾ ਹੈ, ਜਿਹੜੀ ਸਤਨਾਮ ਤਾਕਤ ਦਾ ਨਾਂ ਲੈ ਕੇ ਗਿਆ, ਸਤਨਾਮ ਤਾਕਤ ਤਾਂ ਅਗਲੇ ਬਾਡੀ 'ਚ ਕੰਮ ਕਰਨਾ ਹੈ, ਤੂਫਾਨ ਮੇਲ ਤਾਕਤ ਆਊਗੀ ਔਰ ਪਹਾੜ ਵੀ ਟਕਰਾਊਗਾ ਤਾਂ ਚਕਣਾ ਚੂਰ ਹੋ ਜਾਊਗਾ ਔਰ ਐਸਾ ਮੂੰਹ ਤੋੜ ਜਵਾਬ ਦਿਆ ਕਰਨਗੇ ਕਿਸੇ ਦੀ ਮਾਂ ਦੀ ਤਾਕਤ ਨੇ ਉਹ ਦੂਜਾ ਸਵਾਲ ਕਰਨ ਦੀ ਵੀ ਆ। ਇਹ ਬਬਰ ਸ਼ੇਰ ਬਣਾ ਕੇ ਜਾਵਾਂਗੇ ਬੇਟਾ, ਕੋਈ ਮਾਮੂਲੀ ਗੱਲ ਨਹੀਂ ਆ ਕਿ। ਤਾਂ ਜਦੋਂ ਗੱਦੀ ਬਖਸ਼ ਕੇ ਇਹਨਾਂ ਨੂੰ 60 ਸਾਲ ਦਾ ਹੁਕਮ ਲੱਗਿਆ ਜੀ ਧਰਤੀ ਸਮਾਨ ਤਾਂ ਪੜ ਸਕਦੇ ਆ, ਤਾਂ 60 ਸਾਲ ਕੰਮ ਕਰਨਗੇ ਤਾਂ ਹਜੇ ਹੋਈ 30 ਸਾਲ ਹੈ, ਜੀ ਹਜੇ ਟਾਈਮ ਬਹੁਤ ਪਿਆ ਇਹਨਾਂ ਦਾ, ਕੁਛ ਵੀ ਨਹੀਂ ਹੋਇਆ, ਜਦੋਂ ਮਰਜ਼ੀ ਸੁਧਾਰ ਲੈਣਗੇ ਹੈ। ਚੱਲ ਠੀਕ ਹੈ, ਕੁਛ ਰੂਹਾਂ ਭਾਗਾਂ ਵਾਲੀਆਂ ਹੁੰਦੀਆਂ ਜਿਨ੍ਹਾਂ ਨੂੰ ਕੋਈ ਸੇਵਾ ਮਿਲਣੀ ਹੁੰਦੀ ਹੈ, ਉਹ ਆਪਦਾ ਮਾੜਾ ਅਫਸੋਸ ਕਿ ਉਹ ਸਭ ਕੁਝ ਦੇਖਦਿਆਂ ਹੋਇਆ ਵੀ ਸਭ ਕੁਝ ਉਹਨਾਂ ਦੇ ਸਾਹਮਣੇ ਹੋਇਆ, ਅਫਸੋਸ ਇਸ ਚੀਜ਼ ਦਾ ਜਿਹੜਾ ਉਹ ਅੱਜ ਇਸ ਚੀਜ਼ ਨੂੰ ਗੌਰ ਨਹੀਂ ਕਰ ਰਹੇ। ਅਫਸੋਸ ਹੈ ਤਾਂ ਆਪਣੇ ਮਿੱਤਰ ਆਪਣੇ ਪਰਿਵਾਰ ਚੋਂ ਹੈ, ਜੀ ਬਿਲਕੁਲ, ਆਪਣਾ ਹੀ ਪਰਿਵਾਰ ਦੇ ਕਤਰੇ ਹੈ, ਜੀ ਬਿਲਕੁਲ, ਅਫਸੋਸ ਵੀ ਉਹਨਾਂ ਤੇ ਇਸੇ ਕਰਕੇ ਹੈ। ਕੁਛ ਉਹਨਾਂ ਚੋਂ ਚੰਨ ਬੰਦੇ ਹੈਗੇ ਜਿਨ੍ਹਾਂ ਨਾਲ ਸਾਡਾ ਬੈੱਡ ਵੀ ਸਾਂਝੇ ਹੁੰਦੇ ਸੀਗੇ, ਇੱਕ ਕਮਰੇ ਦੇ ਵਿੱਚ 6 ਜਣੇ ਹੁੰਦੇ ਸੀ, ਅਸੀਂ ਜੀ ਸੌਂਦੇ ਹੁੰਦੇ ਸੀਗੇ। ਤਾਂ ਪਰ ਉਹ ਸਾਡੇ ਮਿੱਤਰਾਂ ਤੇ ਸਾਨੂੰ ਅਫਸੋਸ ਵੀ ਇਸ ਚੀਜ਼ ਦਾ ਹੀ ਹੈ ਵੀ ਨਹੀਂ, ਰਾਹ ਛੱਡ ਕੇ ਕੁਰਾਹੇ ਪੈਣਾ ਖਾਵਣੇ ਨੇ ਠੁੱਡੇ। ਤਾਂ ਉਹ ਪਰਮਪਿਤਾ ਨੇ ਸਨ 64 ਦੇ ਵਿੱਚ ਕਵਾਲੀ ਲਿਖਤੀ ਸੀਗੀ। ਜੇ ਸਮਾਂ ਨਾ ਹੁਣ ਕਈ ਵਾਰੀ ਆਉਂਦਾ ਹੈ, ਤੁਸੀਂ ਪੁੱਛਿਆ ਕੀ ਇਹਨੂੰ ਪਤਾ ਨਹੀਂ ਸੀ, ਸਨ 64 'ਚ ਹੀ ਪਤਾ ਸੀਗਾ, ਪਰਮਪਿਤਾ ਨੂੰ ਪਤਾ ਸੀਗਾ ਅੱਜ ਵਾਲੇ ਸਮੇਂ ਦਾ, ਉਹ ਲਿਖ ਕੇ ਗਏ। ਮੈਂ ਤੁਹਾਨੂੰ ਦੁਹਰਾ ਕੇ ਦੱਸ ਦਿੰਦਾ ਜੀ 65 ਦੇ ਵਿੱਚ ਲਿਖਿਆ ਇਹ ਕਵਾਲੀ ਲਿਖੀ ਹੈ। ਸਤਿਗੁਰ ਦੇ ਦਰ ਤੋਂ ਦੂਰ ਹੋਇਆ ਗੁਰੂ ਸਿੱਖ ਵੀ ਅਵਾਰਾ ਹੋ ਜਾਂਦਾ, ਹੱਸਦਾ ਵਸਦਾ ਜੀਵਨ ਵੀ ਦੋ ਜਗ ਦਾ ਨਜ਼ਾਰਾ ਹੋ ਜਾਂਦਾ ਹੈ। ਤੇ ਗੰਦਗੀ ਵਿੱਚ ਭਰੀਆਂ ਉਂਗਲਾਂ ਦਾ ਗੱਲ ਗੱਲ ਤੇ ਇਸ਼ਾਰਾ ਹੋ ਜਾਂਦਾ, ਜੀ ਬਿਲਕੁਲ, ਗੰਗਾ ਜਲ ਛੱਪੜਾਂ ਵਿੱਚ ਡਿੱਗ ਕੇ ਸੜ ਕੇ ਨਕਾਰਾ ਹੋ ਜਾਂਦਾ। ਗੰਗਾ ਜਲ ਅਗਲਾ ਮੱਥੇ ਨੂੰ ਲਾਉਂਦਾ, ਜਦੋਂ ਅਗਲਾ ਆਸ਼ਰਮ ਦੇ ਵਿੱਚ ਪਿਤਾ ਜੀ ਦੇ ਹੁਕਮ 'ਚ ਹੁੰਦਾ ਅਗਲਾ ਪੈਰ ਚੁੰਮਦਾ ਹੈ। ਜੀ ਉਹੀ ਸ਼ਿਸ਼ ਜਦੋਂ ਮਰਜ਼ੀ ਨਾਲ ਆਪਦੀ ਮਨਮਤੇ ਨਾਲ ਚੱਲ ਪੈਂਦੇ, ਫਿਰ ਉਹ ਪਾਣੀ ਛੱਪੜ 'ਚ ਡਿੱਗਦਾ ਬੂੰਦਾਂ ਦੇ ਰਾਹੀਂ। ਛੱਪੜ 'ਚ ਅਗਲਾ ਕਹਿੰਦਾ ਮੱਝਾਂ ਦਾ ਮੂਤੀ ਆ ਯਾਰ, ਇੱਥੇ ਕੀ ਇਹਨੂੰ ਪਾਣੀ ਪੀਣ ਤੋਂ ਲੈ ਕੇ ਥੋੜ੍ਹੀ ਜਿਹੀ ਪੈਰ ਨਹੀਂ ਪਾਉਂਦਾ ਅਗਲਾ ਕਹਿੰਦਾ। ਉਹ ਇਨਸਾਨ ਦੀ ਜ਼ਿੰਦਗੀ ਆਹ ਹੋ ਜਾਂਦੀ ਯਾਰ, ਅੱਜ ਹੋ ਵੀ ਰਹੀ ਹੈ। ਜੀ ਹੁਣ ਜੇ ਜਾਣੀ ਜਾਣ ਦੀ ਗੱਲ ਆ ਗਈ ਤਾਂ ਫਿਰ ਜੇ ਨਹੀਂ ਇਸ ਟਾਈਮ ਆਉਣਾ ਸੀ ਤਾਂ ਫਿਰ 65 ਦੇ ਵਿੱਚ ਉਹਨਾਂ ਨੇ ਰਚਨਾ ਕਿਉਂ ਰਚਤੀ ਸ਼ਬਦ ਦੀ? ਸਾਰੇ ਸ਼ਬਦ ਪੜ੍ਹ ਕੇ ਦੇਖੋ, ਜੋ ਅੱਜ ਦੀ ਹਾਲਾਤ ਹੈ ਨਾ ਇਹ ਇਸੇ ਦੇ ਉੱਤੇ ਹੀ ਰਚਿਆ ਗਿਆ ਹੈ। ਸਭ ਜਾਣੀ ਜਾਣ ਹੁੰਦੇ ਆ, ਪਰ ਕਹਾਣੀ ਇੱਥੇ ਹੁੰਦੀ ਹੈ ਵੀ ਆਪ ਦੀ ਔਲਾਦ ਨੂੰ ਸੰਤ ਚਾਹੁੰਦੇ ਹਨ ਵੀ ਟਾਈਮ ਦਿੰਦੇ ਆਉਂਦੇ ਸ਼ਾਇਦ ਜੀ ਹੈ। ਤੇ ਅੰਕਲ ਜੀ ਥੋੜ੍ਹਾ ਜਿਹਾ ਨਾ ਟੌਪਿਕ ਨੂੰ ਅਸੀਂ ਚੇਂਜ ਕਰਨਾ ਚਾਹਾਂਗੇ, ਕਿਉਂਕਿ ਸਾਨੂੰ ਵੀ ਬੜਾ ਮਾਣ ਮਹਿਸੂਸ ਕਰਦੇ ਹਾਂ ਅਸੀਂ ਅੱਜ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਸਾਂਝਾ ਮਿਲ ਰਿਹਾ ਹੈ। ਸੋ ਜਿਸ ਤਰ੍ਹਾਂ ਹਜ਼ੂਰ ਪਿਤਾ ਜੀ ਦੇ ਬਚਪਨ ਬਾਰੇ ਥੋੜ੍ਹਾ ਜਿਹਾ ਹੋਰ ਚਾਨਣਾ ਪਾਓ ਕਿ ਉਹਨਾਂ ਨੇ ਸਾਨੂੰ ਪਤਾ ਲੱਗਿਆ ਵੀ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਬਹੁਤ ਬਲਸ਼ਾਲੀ ਹੁੰਦੇ ਸੀ ਬਚਪਨ ਦੇ ਵਿੱਚ ਹੀ, ਬਹੁਤ ਕੁਛ ਉਹਨਾਂ ਬਾਰੇ ਤੁਸੀਂ ਕੁਝ ਚਾਨਣਾ ਪਾਓ ਕਿ ਉਹਨਾਂ ਦਾ ਜੋ ਬਚਪਨ ਦਾ ਉਹ ਕਿਸ ਤਰ੍ਹਾਂ ਦੀ ਖੇਡਾਂ ਖੇਡਦੇ ਸੀ, ਕਿਸ ਤਰ੍ਹਾਂ ਦਾ ਉਹਨਾਂ ਦਾ ਬਚਪਨ ਰਿਹਾ, ਕਿਸ ਤਰ੍ਹਾਂ ਦਾ ਕਿ ਉਹ ਸਿਸਟਮ ਬਾਰੇ ਥੋੜ੍ਹਾ ਜਿਹਾ ਤੁਸੀਂ ਵਿਸਤਾਰ ਨਾਲ ਦੱਸੋ ਸੰਗਤ ਨੂੰ।